सतनाम श्री वाहिगुरु साहिब जी। मैं मूरख की केतक बात है, कोट पराधी तरिया रे। गुरु नानक जिन्ना सुनिया पेखिया, से फिर गुरपास ना परिया रे। तुद आगे अरदास हमारी, जियो पिंड सब तेरा। कहो नानक सब तेरी वड्याई, कोई नाऊ ना जाने मेरा। कहो नानक सब तेरी वड्याई, कोई नाऊ ना जाने मेरा। जुगो जुगा टल चवर छत्र तखत दे मालक, दसां पातशाहियां जी जोत हाजिर नाजिर। श्री गुरु ग्रंथ साहिब महाराज जी दे पावन पवित्र सतगुरां दे सन्मुख हजूरी अंदर जुड़ बैठी गुरु प्यारी गुरु सवारी, गुरु की साजी साज के नवाजी। गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलां दे नाल मन वरतियां कागर करके जुड़ करके बैठण दी कृपालता करिए। सतगुरां दियां खुशियां प्राप्त करना करिए। समय और सवासां नूं सफला करिए। आपो अपना मनुखा जन्म जीवन सफला करना करिए। आप संगत ने जो हुण तक लड़ीवार शब्द विचार कथा गुरबाणी सरवण कीती है, वो विचार इथों तक सी कि जिस वेले सतगुरु गुरु हरगोबिंद महाराज छेवें पातशाह मेरी पीरी दे मालिक कृपालू दयालु सतगुरु जी अमृतसर दी धरती ते विराजमान है, शशोभत है। सतगुरु जी बख्शिशां रहमतां बरता रहे ने। उस वेले सतगुरु जी दे सरमुख काफी संगत रोजाना बड़ी तादाद दे विच सतगुरु दे सरमुख पहुंचदी है। सतगुरु जी तो बख्शिशां रहमतां प्राप्त करके वो संगत मन की भावना संपन्न करके आनंद पे माणदी है। ते इदां सतगुरु जी की बख्शिश रहमत होई अमृतसर की धरती ते रोजाना संगतां आउंदियां ने और सतगुरु जी तो मनोरथ पूरे करके आपो अपने घरां नूं वापस चले जांदे ने। ते सतगुरु जी भी हरेक मनुख दी खाली झोली भरदे पए आ। किसी प्रकार किसी दे उत्ते इदां दी विचार नहीं करदे कि फलाना मनुख किदां दी विचारदा। जेड़ा जिदां दी भावना लैके आउंदा सतगुरु जी उदां दी ओदी भावना पूरी कर दिंदे ने। इदां सतगुरु जी बख्शिश रहमत बरता रहे आ। कहते सतगुरु गुरु हरगोबिंद महाराज छेवें पातशाह सतगुरु जी दे बड़े पुत्र बाबा गुरदित्ता जी इधर कीरतपुर दी धरती ते निवास करते ने। उत्थे उन्हां ने एक सुंदर नगर बसाया, जिथे संगतां काफी दूरों आके बसों कर रही है। ते बाबा गुरदित्ता जी सतगुरु जी दी तरह कीरतपुर की धरती ते विराजमान उत्थे विचर रहे ने। ते संगतां भी सतगुरु जी दे
ਹਾਜ਼ਰ ਨਾਜ਼ਰ ਸਮਝ ਕੇ ਬਾਬਾ ਗੁਰਦਿੱਤਾ ਜੀ ਨੂੰ ਉਸੇ ਤਰ੍ਹਾਂ ਸਮਝਦੀਆਂ ਜਿਵੇਂ 6ਵੇਂ ਪਾਤਸ਼ਾਹ ਸਤਿਗੁਰੂ ਜੀ ਨੂੰ ਵਿਚਾਰਿਆ ਜਾਂਦਾ, ਸਤਿਕਾਰ ਕੀਤਾ ਜਾਂਦਾ। ਉਸੇ ਤਰ੍ਹਾਂ ਸੰਗਤਾਂ ਕੇ ਸਤਿਗੁਰ ਦੇ ਸਨਮੁਖ ਉਪਹਾਰ ਲੈ ਕੇ ਆਉਂਦੀ ਹੈ, ਇਸੇ ਤਰ੍ਹਾਂ ਬਾਬਾ ਗੁਰਦਿੱਤਾ ਜੀ ਦੇ ਸਨਮੁਖ ਬੇਸ਼ੁਮਾਰ ਕੀਮਤੀ ਭੇਟਾਵਾਂ ਲਿਆ ਕੇ ਅਰਪਣ ਕੀਤੀਆਂ ਜਾਂਦੀਆਂ ਨੇ। ਤੇ ਸਤਿਗੁਰੂ ਜੀ ਦੀ ਤਰ੍ਹਾਂ ਹੀ ਬਾਬਾ ਗੁਰਦਿੱਤਾ ਜੀ ਕੀਰਤਪੁਰ ਦੀ ਧਰਤੀ ਤੇ ਨਜ਼ਦੀਕ ਸਤਲੁਜ ਦਰਿਆ ਦੇ ਕਿਨਾਰੇ ਜੰਗਲ ਬੀਆਬਾਨ ਦੇ ਵਿੱਚ ਕਈ ਦਫਾ ਸ਼ਿਕਾਰ ਵੀ ਖੇਡਣ ਜਾਂਦੇ ਆ। ਸਤਿਗੁਰੂ ਜੀ ਦੀ ਏਦਾਂ ਬਖਸ਼ਿਸ਼ ਰਹਿਮਤ ਵਰਤਦੀ ਹੈ। ਅੰਮ੍ਰਿਤਸਰ ਦੀ ਧਰਤੀ ਤੋਂ ਜਦੋਂ ਬਾਬਾ ਗੁਰਦਿੱਤਾ ਜੀ ਇੱਧਰ ਕੀਰਤਪੁਰ ਦੀ ਧਰਤੀ ਤੇ ਗਏ, ਉੱਥੇ ਜਾ ਕੇ ਬਖਸ਼ਿਸ਼ਾਂ ਰਹਿਮਤਾਂ ਏਦਾਂ ਵਰਤਾ ਰਹੇ ਨੇ। ਤੇ ਕਹਿੰਦੇ ਸਮਾਂ ਬਤੀਤ ਹੁੰਦਾ ਗਿਆ, ਬਾਬਾ ਗੁਰਦਿੱਤਾ ਜੀ ਦੀ ਪਤਨੀ ਸਤਿਕਾਰਯੋਗ ਅਨੰਤੀ ਜੀ, ਉਹਨਾਂ ਨੇ ਵੀ ਸੰਗਤਾਂ ਦੇ ਨਾਲ ਬੜਾ ਪਿਆਰ ਬਣਾਇਆ, ਸੰਗਤਾਂ ਦੇ ਵਿੱਚ ਵਿਚਰਦੇ ਨੇ। ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਹੋ ਰਹੀ ਹੈ। ਤੇ ਉਸ ਵੇਲੇ ਕਹਿੰਦੇ ਸਮਾਂ ਬਤੀਤ ਹੁੰਦਾ ਕਿ ਇਦਾਂ ਰੋਜ਼ਾਨਾ ਸਤਿਗੁਰੂ ਦੀ ਬਖਸ਼ਿਸ਼ ਰਹਿਮਤ ਵਰਤਦੀ ਤੇ ਸਤਿਕਾਰਯੋਗ ਅਨੰਤੀ ਜੀ ਨੇ ਗਰਭ ਧਾਰਨ ਕੀਤਾ। ਸਤਿਗੁਰੂ ਜੀ ਦੇ ਹੁਕਮ ਸਨ ਕਿ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ 2 ਪੁੱਤਰ ਜਨਮ ਲੈਣਗੇ, ਜੋ ਕਿ ਬਹੁਤ ਵੱਡੀ ਬਖਸ਼ਿਸ਼ ਰਹਿਮਤ ਦੇ ਮਾਲਕ ਹੋਣਗੇ। ਧੀਰ ਮਲ ਜੀ ਪਹਿਲੇ ਪੁੱਤਰ ਨੇ ਬਾਬਾ ਗੁਰਦਿੱਤਾ ਜੀ ਦੇ। ਉਸ ਵੇਲੇ ਦੂਜੇ ਪੁੱਤਰ ਦੇ ਵਾਸਤੇ ਗੁਰੂ ਜੀ ਦੇ ਜਿਵੇਂ ਬਚਨ ਹੋਏ, ਉਹ ਗਰਭ ਧਾਰਨ ਕੀਤਾ ਤੇ ਸਮਾਂ ਬਤੀਤ ਹੁੰਦਾ ਗਿਆ। ਉੱਥੇ ਸੰਗਤਾਂ ਆਉਂਦੀਆਂ ਸਤਿਗੁਰ ਦੇ ਸਨਮੁਖ, ਗੁਰੂ ਸਤਿਗੁਰ ਦੀ ਸੰਗਤ ਬਾਬਾ ਗੁਰਦਿੱਤਾ ਜੀ ਦੇ ਸਨਮੁਖ ਆਉਂਦੀ। ਏਦਾਂ ਰੌਣਕਾਂ ਲੱਗੀਆਂ ਕੀਰਤਪੁਰ ਦੀ ਧਰਤੀ ਤੇ ਸਮਾਂ ਪੈ ਕੇ ਕਹਿੰਦੇ ਸਤਿਕਾਰਯੋਗ ਅਨੰਤੀ ਦੀ ਕੁੱਖ ਦੇ ਵਿੱਚੋਂ ਇੱਕ ਸੁੰਦਰ ਬਾਲਕ ਨੇ ਜਨਮ ਲਿਆ, ਜੋ ਕਿ ਬਹੁਤ ਸੁੰਦਰ, ਜਿਸ ਦੇ ਜਨਮ ਲੈਣ ਤੇ ਅੱਜ ਵੀ ਨਜ਼ਾਰਾ ਵੇਖਣ ਨੂੰ ਪ੍ਰਾਪਤ ਹੋਇਆ। ਸਵਾ ਪੈਰ ਰਾਤ ਰਹਿੰਦੇ ਆ। ਕਹਿੰਦੇ ਉਸ ਵੇਲੇ ਸਤਿਕਾਰਯੋਗ ਅਨੰਤੀ ਦੀ ਪਵਿੱਤਰ ਕੁੱਖ ਦੇ ਵਿੱਚ ਇੱਕ ਸੁੰਦਰ ਬਾਲਕ ਨੇ ਜਨਮ ਲਿਆ, ਜਿਹੜਾ ਕਿ ਦੇਖਣ ਨੂੰ ਬਹੁਤ ਸੁੰਦਰ ਹੈ। ਇੰਨਾ ਸੁੰਦਰ, ਉਹਦੇ ਮੁਖ ਦੇ ਵੱਲ ਵੇਖਣ ਨੂੰ ਜੀ ਕਰਦਾ ਤੇ ਉਹਦੇ ਮੁਖ ਤੋਂ ਅੱਖਾਂ ਭੌਣ ਨੂੰ ਜੀ ਨਹੀਂ ਕਰਦਾ। ਸਤਿਗੁਰ ਦੀ ਕਿਰਪਾ, ਕਹਿੰਦੇ ਜਦੋਂ ਉਹਦੇ ਜਨਮ ਲਿਆ ਬਾਲਕ ਨੇ, 33 ਕਰੋੜ ਦੇਵੀ ਦੇਵਤਿਆਂ ਨੇ ਉਹਦੇ ਉੱਤੇ ਫੁੱਲਾਂ ਦਾ ਵਰਖਾ ਕਰਨਾ ਕੀਤੀ ਹੈ, ਸਤਿਕਾਰ ਕੀਤਾ। ਇੱਕ ਵੱਖਰਾ ਜਬ ਨਜ਼ਾਰਾ ਪ੍ਰਾਪਤ ਹੋਇਆ ਕੀਰਤਪੁਰ ਦੀ ਧਰਤੀ ਤੇ। ਉਸ ਵੇਲੇ ਦਿਨ ਉਦੇ ਹੋਇਆ, ਸਾਰੇ ਕੀਰਤਪੁਰ ਦੀ ਧਰਤੀ ਤੇ ਗੱਲ ਪ੍ਰਚਲਿਤ ਹੋ ਗਈ। ਸਤਿਕਾਰਯੋਗ ਅਨੰਤੀ ਜੀ ਦੀ ਕੁੱਖ ਦੇ ਵਿੱਚੋਂ ਸੁੰਦਰ ਬਾਲਕ ਨੇ ਜਨਮ ਲਿਆ। ਸਾਰੇ ਵਧਾਈਆਂ ਦੇਣ ਆਏ ਗਰੀਬ ਗੁਰਬੇ ਆ ਕੇ ਸਤਿਗੁਰੂ ਦੀ ਕਿਰਪਾ ਦੇ ਨਾਲ ਬਾਬਾ ਗੁਰਦਿੱਤਾ ਜੀ ਦੇ ਕੋਲ ਵਧਾਈਆਂ ਦੇ ਕੇ ਲੋੜਵੰਦ ਲੋਕ ਮਾਇਆ ਪ੍ਰਾਪਤ ਕਰ ਲੱਗੇ ਨੇ। ਸਤਿਗੁਰੂ ਦੀ ਕਿਰਪਾ ਵਰਦੀ ਖੁਸ਼ੀਆਂ ਬਣੀਆਂ ਨੇ। ਤੇ ਹੁਣ ਇਹ ਖਬਰ ਕਹਿੰਦੇ ਅੰਮ੍ਰਿਤਸਰ ਦੀ ਧਰਤੀ ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ 6ਵੇਂ ਪਾਤਸ਼ਾਹ ਜੀ ਦੇ ਸਨਮੁਖ ਭੇਜਣ ਦੀ ਵਿਚਾਰ ਕੀਤੀ। ਕਹਿੰਦੇ ਸਤਿਗੁਰੂ ਜੀ ਨੂੰ ਬੇਨਤੀ ਕਰਨੇ ਆ, ਜਿਵੇਂ ਅੱਗੇ ਬਾਲਕ ਦਾ ਨਾਮ ਰੱਖਣਗੇ ਉਹਦੇ ਮੁਤਾਬਕ ਅਗਲੀ ਵਿਚਾਰ ਕੀਤੀ ਜਾਵੇਗੀ। ਸਤਿਕਾਰਯੋਗ ਬਾਬਾ ਗੁਰਦਿੱਤਾ ਜੀ ਨੇ ਇੱਕ ਸੁੰਦਰ ਪੱਤਰਕਾ ਚਿੱਠੀ ਲਿਖੀ ਆ, ਬੇਨਤੀ ਪੱਤਰ ਲਿਖਿਆ 6ਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ। ਕਹਿਣ ਲੱਗੇ ਸਤਿਗੁਰੂ ਜੀ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਨਾਲ ਅਦਾਸ ਦੇ ਗ੍ਰਹਿ ਵਿਖੇ ਸੁੰਦਰ ਬਾਲਕ ਨੇ ਜਨਮ ਲਿਆ, ਜੋ ਕਿ ਬਹੁਤ ਸੁੰਦਰ ਹੈ, ਬੜਾ ਕੋਮਲ ਹੈ। ਦੇਖਣ ਨੂੰ ਇਉਂ ਪ੍ਰਤੀਤ ਹੁੰਦਾ ਕਿ ਸੰਸਾਰ ਦੇ ਵਿੱਚ ਵੱਖਰੇ ਹੀ ਇਹਨਾਂ ਨੇ ਸਪੈਸ਼ਲ ਤੌਰ ਤੇ ਕੋਈ ਕਾਰਜ
ਸੰਪੰਨ ਕਰਨ ਵਾਸਤੇ ਜਨਮ ਲਿਆ। ਉਸ ਵੇਲੇ ਵਿਚਾਰ ਕੀਤੀ ਬਾਬਾ ਗੁਰਦਿੱਤਾ ਜੀ ਨੇ, ਕਹਿੰਦੇ ਨਾਲ ਅਸੀਂ ਵੀ ਜਾਵਾਂਗੇ। ਤੇ ਉਸ ਵੇਲੇ ਕਹਿੰਦੇ ਜਿਹੜੇ ਲਾਗੀ ਨੇ, ਅਹਿਲਕਾਰ ਨੇ, ਉਹਨਾਂ ਨੂੰ ਬੁਲਾਇਆ, ਉਹਨਾਂ ਦੇ ਹੱਥ ਪੱਤਰਕਾ ਦਿੱਤੀ, ਨਾਲ ਆਪ ਚੱਲ ਪਏ, ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ ਨੇ। ਜਿਸ ਵੇਲੇ ਜਾ ਕੇ ਸਤਿਗੁਰੂ ਜੀ ਨੂੰ ਖਬਰ ਦਿੱਤੀ ਕਿ ਆਪ ਜੀ ਦੇ ਗ੍ਰਹਿ ਵਿਖੇ ਇੱਕ ਪੋਤਰੇ ਨੇ ਜਨਮ ਲਿਆ, ਜੋ ਕਿ ਬਹੁਤ ਸੁੰਦਰ ਹੈ। ਤੇ ਜਿਸ ਵੇਲੇ ਉਹ ਕਹਿੰਦੇ ਲਾਗੀ ਨੇ, ਪ੍ਰੋਹਤ ਨੇ ਜਾ ਕੇ ਸਤਿਗੁਰੂ ਜੀ ਨੂੰ ਸੁਨੇਹਾ ਦਿੱਤਾ, ਪੱਤਰਕਾ ਪਕੜਾਈ ਹੈ। ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਬੜੇ ਖੁਸ਼ ਹੋਏ ਆ। ਉਸ ਪ੍ਰੋਹਤ ਨੂੰ, ਲਾਗੀ ਨੂੰ ਸਤਿਗੁਰੂ ਜੀ ਨੇ ਕਾਫੀ ਗਹਿਣੇ ਦਿੱਤੇ, ਹੀਰੇ ਜਵਾਹਰਾਤ ਦਿੱਤੇ, ਖੁਸ਼ ਹੋ ਕੇ ਵਸਤਰ, ਸੁੰਦਰ ਰੇਸ਼ਮੀ ਕੱਪੜੇ ਦਿੱਤੇ। ਏਦਾਂ ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਵਰਤੀ ਤੇ ਬਾਬਾ ਗੁਰਦਿੱਤਾ ਜੀ ਵੀ ਨਾਲ ਗਏ। ਉਸ ਵੇਲੇ ਬੇਨਤੀ ਕਰਨ ਲੱਗੇ, ਸਤਿਗੁਰੂ ਜੀ ਜਿਵੇਂ ਤੁਹਾਡੀ ਮਰਜ਼ੀ, ਬਾਲਕ ਦਾ ਨਾਮ ਰੱਖੋ, ਜਿਵੇਂ ਰੱਖੋਗੇ ਉਹ ਸਾਨੂੰ ਪ੍ਰਵਾਨ ਹੈ। ਇਹਦਾ ਨਾਮ ਕਿਵੇਂ ਰੱਖੋਗੇ? ਉਸ ਵੇਲੇ ਸਾਰੀਆਂ ਵਿਚਾਰਾਂ ਵੇਖੀਆਂ, ਪੁੱਛਿਆ ਕਿਵੇਂ ਕਿਵੇਂ ਬਾਲਕ ਨੇ ਜਨਮ ਲਿਆ, ਕੀ ਉਸ ਵਕਤ ਵਿਚਾਰਾਂ ਬਣੀਆਂ, ਕੀ ਨਿਸ਼ਾਨੀਆਂ ਬਣੀਆਂ। ਬਾਬਾ ਗੁਰਦਿੱਤਾ ਜੀ ਨੇ ਸਾਰੀ ਵਿਚਾਰ ਦੱਸ ਦਿੱਤੀ। ਕਹਿੰਦੇ ਅੰਮ੍ਰਿਤ ਵੇਲੇ ਸਭਾ ਪੈ ਰਹਿੰਦਿਆਂ, ਕਹਿੰਦੇ ਸਤਿਗੁਰੂ ਦੀ ਕਿਰਪਾ ਵਰਦੀ, ਬਾਲਕ ਨੇ ਜਨਮ ਲਿਆ। ਤੇ ਜਨਮ ਲੈਣ ਦੇ ਸਾਰ ਕਹਿੰਦੇ ਇੱਕ ਵੱਖਰਾ ਅਜਬ ਨਜ਼ਾਰਾ ਪ੍ਰਾਪਤ ਹੋਇਆ। ਜਿਵੇਂ ਇਦਾਂ ਪ੍ਰਤੀਤ ਹੁੰਦਾ ਕੋਈ ਉਹਨਾਂ ਨੇ ਸੰਸਾਰ ਦੇ ਕਾਰਜ ਰਾਸ ਸੰਪੰਨ ਕਰਨ ਵਾਸਤੇ ਜਨਮ ਲਿਆ ਹੋਵੇ। ਤੇ ਸਤਿਗੁਰੂ ਜੀ ਨੇ ਮਨ ਹੀ ਮਨ ਵਿਚਾਰ ਕੀਤੀ, ਕਹਿੰਦੇ ਇਹ ਬਾਲਕ ਗੁਰਤਾ ਗੱਦੀ ਦੇ ਲਾਇਕ ਹੋਵੇਗਾ। ਉਸ ਵੇਲੇ ਵਿਚਾਰ ਕਰਕੇ ਸਤਿਗੁਰੂ ਜੀ ਨੇ ਉਸ ਬਾਲਕ ਦਾ ਨਾਮ ਕੀ ਰੱਖਿਆ? ਕਵੀ ਸੰਤੋਖ ਸਿੰਘ ਜੀ ਦੱਸਦੇ, ਕਹਿੰਦੇ ਉਸ ਬਾਲਕ ਦਾ ਨਾਮ ਹਰਿ ਰਾਏ ਰੱਖਣਾ ਕੀਤਾ, ਸਤਵੇਂ ਪਾਤਸ਼ਾਹ ਹਰਿ ਰਾਏ ਜੀ। ਕਹਿੰਦੇ ਇਹਨਾਂ ਦਾ ਨਾਮ ਹਰਿ ਰਾਏ ਹੋਵੇਗਾ ਤੇ ਗੁਰਤਾ ਗੱਦੀ ਦੇ ਲਾਇਕ ਹੋਣਗੇ, ਇਹਨਾਂ ਦੇ ਬਖਸ਼ਿਸ਼ ਰਹਿਮਤ ਵਰਤੇਗੀ। ਉਸ ਵੇਲੇ ਬਚਨ ਉਚਾਰਨ ਕੀਤੇ ਸਤਿਗੁਰ ਛੇਵੇਂ ਪਾਤਸ਼ਾਹ ਜੀ ਨੇ। ਤੇ ਜਿਉਂ ਹੀ ਕਹਿੰਦੇ ਅੰਮ੍ਰਿਤਸਰ ਦੀ ਧਰਤੀ ਤੇ ਸੰਗਤਾਂ ਨੂੰ ਪਤਾ ਲੱਗਿਆ ਕਿ ਸੁੰਦਰ ਬਾਲਕ ਨੇ ਸਤਿਗੁਰ ਦੇ ਗ੍ਰਹਿ ਵਿਖੇ ਜਨਮ ਲਿਆ, ਤੇ ਅੰਮ੍ਰਿਤਸਰ ਦੀ ਧਰਤੀ ਦੀਆਂ ਸੰਗਤਾਂ ਨੇ ਆ ਕੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰ ਦੇ ਸਨਮੁਖ ਵਧਾਈਆਂ ਦੇਣੀਆਂ ਸ਼ੁਰੂ ਕੀਤੀਆਂ। ਤੇ ਤਿੰਨੋਂ ਮਾਤਾਵਾਂ ਸਤਿਕਾਰਯੋਗ ਦਮੋਦਰੀ ਜੀ, ਮਹਾਦੇਵੀ ਜੀ ਔਰ ਨਾਨਕੀ ਜੀ, ਉਹਨਾਂ ਨੇ ਵੀ ਬੜੀ ਖੁਸ਼ੀ ਮਨਾਈ ਹੈ। ਸਤਿਗੁਰ ਦੀ ਕਿਰਪਾ ਰਹਿਮਤ ਵਰਤੀ ਹੈ ਤੇ ਆਨੰਦ ਵੱਖਰਾ ਬਣਿਆ। ਉਸ ਵੇਲੇ ਅੰਮ੍ਰਿਤਸਰ ਦੀ ਧਰਤੀ ਦੇ ਇਦਾਂ ਦੀ ਵਿਚਾਰ ਹੋਈ, ਸਮਾਂ ਬਤੀਤ ਹੁੰਦਾ ਗਿਆ। ਤੇ ਕਹਿੰਦੇ ਇਧਰੋਂ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਸਾਂਢੂ ਸਾਹਿਬ, ਜੋ ਕਿ ਭਾਈ ਕੀ ਡਰੋਲੀ ਵਿਖੇ ਨਗਰ ਦੇ ਵਿੱਚ ਬਿਰਾਜਮਾਨ ਹੈ, ਉਹ ਸਾਈਂ ਦਾਸ ਜੀ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਨੇ ਇੱਕ ਪੱਤਰਕਾ ਚਿੱਠੀ ਲਿਖੀ ਆ, ਬੇਨਤੀ ਪੱਤਰ ਲਿਖਿਆ। ਕਹਿਣ ਲੱਗਾ ਸਤਿਗੁਰੂ ਜੀ ਆਪ ਜੀ ਕਿਰਪਾ ਕਰੋ, ਵਿਸਾਖ ਦਾ ਮਹੀਨਾ ਚੜਨ ਵਾਲਾ, ਪ੍ਰਾਪਤ ਹੋਣ ਵਾਲਾ ਵਿਸਾਖ ਦੇ ਮਹੀਨੇ ਦਾ ਜਿਹੜਾ ਮੇਲਾ ਏ ਵਿਸਾਖੀ ਦਾ, ਆਪ ਜੀ ਕਿਰਪਾ ਕਰੋ ਇਧਰ ਭਾਈ ਕੀ ਡਰੋਲੀ ਵਿਖੇ ਆ ਕੇ ਬਖਸ਼ਿਸ਼ ਰਹਿਮਤ ਕਰੋ। ਇੱਥੇ ਸੰਗਤਾਂ ਦੂਰੋਂ ਦੂਰੋਂ ਆਵਣਗੀਆਂ, ਆਪ ਜੀ ਦੇ ਦਰਸ਼ਨ ਕਰਨਗੀਆਂ, ਸਿੱਖੀ ਦਾ ਵਿਸਥਾਰ ਕਰੋ, ਸੰਗਤਾਂ ਦੇ ਬਖਸ਼ਿਸ਼ਾਂ ਰਹਿਮਤਾਂ ਵਰਤਾਓ। ਆਪ ਜੀ ਇਧਰ ਮਾਲਵੇ ਇਲਾਕੇ ਦੇ ਵਿੱਚ ਆ ਕੇ ਬਖਸ਼ਿਸ਼ ਰਹਿਮਤ ਵਰਤਾਓ। ਇਦਾਂ ਸਤਿਗੁਰੂ ਜੀ ਨੂੰ ਬੇਨਤੀ ਪੱਤਰ ਲਿਖੀ ਤੇ ਸਾਈਂ ਦਾਸ ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਨੂੰ ਬੁਲਾਉਣ ਲੱਗਿਆ। ਉਸ ਵੇਲੇ ਸਤਿਗੁਰੂ ਜੀ ਨੇ ਵੀ ਵਿਚਾਰ ਕੀਤੀ। ਕਹਿੰਦੇ ਸਤਿਗੁਰੂ ਜੀ ਨੇ ਵਿਚਾਰ ਕੀਤੀ ਕਿ ਜਿਹੜੇ ਸਮੇਂ ਦੀ ਸਰਕਾਰ ਹੈ ਨਾ, ਸ਼ਾਹਜਹਾਨ,
ਉਹਦਾ ਗੁਰੂ ਨਾਨਕ ਦੇ ਦਰਕਾਰ ਦੇ ਨਾਲ ਵੈਰ ਵਿਰੋਧ ਚੱਲ ਰਿਹਾ, ਪਰ ਹੁਣ ਥੋੜੇ ਸਮੇਂ ਵਾਸਤੇ ਉਹ ਠੰਡਾ ਪਿਆ। ਉਹਦਾ ਗੁੱਸਾ, ਉਹਦਾ ਅਹੁਦੇਦਾਰ ਦਾ, ਉਹਦਾ ਵੱਡਾ ਵਡਾਪਣ ਦਾ ਜਿਹੜਾ ਗੁੱਸਾ ਏ, ਹੰਕਾਰ ਏ, ਉਹ ਠੰਡਾ ਪਿਆ ਹੋਇਆ। ਅਜੇ ਉਹ ਸਾਡੇ ਨਾਲ ਕੋਈ ਵੈਰ ਵਿਰੋਧ ਨਹੀਂ ਜੇ ਕਰਦਾ, ਪਰ ਉਹਦਾ ਇੱਕ ਵਜ਼ੀਰ ਖਾਨ ਹੈ ਜਿਹੜਾ ਕਿ ਗੁਰੂ ਨਾਨਕ ਦੇ ਮਹਾਰਾਜ ਦੇ ਦਰਕਾਰ ਦੇ ਨਾਲ ਪਿਆਰ ਕਰਦਾ। ਉਹ ਜਦੋਂ ਵੀ ਉਹਨੂੰ ਕੋਈ ਗੁਰੂ ਨਾਨਕ ਦੇ ਦਰਕਾਰ ਦੇ ਪ੍ਰਤੀ ਕਹਿੰਦੇ ਕੋਈ ਕਿਸੇ ਪ੍ਰਕਾਰ ਮਨ ਵਿੱਚ ਈਰਖਾ, ਮਨ ਵਿੱਚ ਵੈਰ ਵਿਰੋਧ ਜਾਗਦਾ, ਤੇ ਕਹਿੰਦੇ ਉਹ ਵਜ਼ੀਰ ਖਾਨ ਸ਼ਾਹਜਹਾਨ ਨੂੰ ਬਹੁਤ ਹੀ ਸਮਝਦਾਰੀ ਦੇ ਨਾਲ ਕਹਿੰਦੇ ਠੰਡਾ ਕਰ ਦਿੰਦਾ ਉਹਦਾ ਗੁੱਸਾ। ਉਹ ਗੁਰੂ ਘਰ ਦੀ ਵਿਚਾਰ ਪੇਸ਼ ਕਰਕੇ ਉਹਦੇ ਗੁੱਸੇ ਨੂੰ ਠੰਡਾ ਕਰ ਦਿੰਦਾ। ਤੇ ਸਤਿਗੁਰੂ ਜੀ ਕਹਿੰਦੇ ਹਲੇ ਸਾਡੇ ਕੋਲੇ ਸਮਾਂ ਵੀ ਹੈ। ਤੇ ਇਧਰ ਮਾਲਵੇ ਇਲਾਕੇ ਦੇ ਵਿੱਚ ਜਾ ਕੇ ਭਾਈ ਕੀ ਡਰੋਲੀ ਨਗਰ ਵਿਖੇ ਪਹੁੰਚ ਕੇ ਉੱਥੇ ਅਸੀਂ ਵਿਚਾਰ ਕਰਾਂਗੇ, ਅਗਲੀਆਂ ਜੰਗਾਂ ਯੁੱਧਾਂ ਪ੍ਰਾਪਤ ਕਰਾਂਗੇ। ਤੇ ਉਧਰ ਕਹਿੰਦੇ ਪਾਣੀ ਦੀ ਵੀ ਥੋੜੀ ਦਿੱਕਤ ਹੈ, ਪਾਣੀ ਵੀ ਬਹੁਤ ਘੱਟ ਹੈ ਜਲ ਛਕਣ ਵਾਸਤੇ। ਤੇ ਜੰਗਲ ਵੀ ਆ, ਬਾਨ ਦਰਖਤ ਬਹੁਤ ਜ਼ਿਆਦਾ ਨੇ, ਤੇ ਵਧੀਆ ਚੰਗਾ ਉੱਥੇ ਕਹਿੰਦੇ ਜੰਗ ਯੁੱਧ ਕਰਨ ਵਾਸਤੇ ਟਿਕਾਣਾ ਵੀ ਪ੍ਰਾਪਤ ਹੋਵੇਗਾ। ਵਿਸਾਖ ਦਾ ਮਹੀਨਾ ਏ ਤੇ ਅੱਗੇ ਗਰਮੀ ਵਧਣੀ ਹੈ। ਜਦੋਂ ਗਰਮੀ ਵਧੇਗੀ ਜਲ ਦੀ ਲੋੜ ਥਾਂ ਥਾਂ ਤੇ ਪਵੇਗੀ। ਕਹਿੰਦੇ ਅਸੀਂ ਇਉਂ ਕਰਾਂਗੇ, ਜਦੋਂ ਇਧਰ ਪਾਪੀ ਤੁਰਕਾਂ ਦੀ ਸੈਨਾ ਵੱਡੇ ਪੱਧਰ ਤੇ ਸਾਡੇ ਨਾਲ ਯੁੱਧ ਕਰਨ ਵਾਸਤੇ ਆਵੇਗੀ, ਤੇ ਅਸੀਂ ਉਸ ਵੇਲੇ ਉਸ ਪਾਣੀ ਦੇ ਉੱਤੇ ਕਬਜ਼ਾ ਕਰ ਲਵਾਂਗੇ। ਤੇ ਜਦੋਂ ਪਾਣੀ ਲੈਣ ਵਾਸਤੇ ਆਉਣਗੇ ਤੇ ਵੱਡੇ ਪੱਧਰ ਦੇ ਉੱਤੇ ਕਹਿੰਦੇ ਨਾ ਪਾਪੀਆਂ ਦੁਸ਼ਟਾਂ ਨੂੰ ਸੋਧਾਂਗੇ। ਸਤਿਗੁਰੂ ਜੀ ਕਹਿੰਦੇ ਅੰਮ੍ਰਿਤਸਰ ਦੀ ਧਰਤੀ ਤੇ ਵਿਰਾਜਮਾਨ ਰਹਿ ਕੇ ਹੁਣ ਜੰਗ ਯੁੱਧ ਨਹੀਂ ਕਰ ਸਕਦੇ। ਕਿਉਂ? ਕਿਉਂਕਿ ਇੱਥੇ ਸਤਿਗੁਰੂ ਦੀ ਕਿਰਪਾ ਰਹਿਮਤ ਵਰਤੀ ਹੈ। ਸਮਾਂ ਪਾ ਕੇ ਸਿੱਖੀ ਦਾ ਧੁਰਾ ਬਣੇਗਾ ਅੰਮ੍ਰਿਤਸਰ ਦਾ ਪਾਵਨ ਪਵਿੱਤਰ ਅਸਥਾਨ। ਕਹਿੰਦੇ ਇੱਥੇ ਹੁਣ ਬੇਅਦਬੀ ਹੁੰਦੀ ਹੈ, ਕਈ ਦਫਾ ਕਾਫੀ ਫੌਜ ਚੜ ਕੇ ਆ ਜਾਂਦੀ ਹੈ, ਲੁੱਟ ਖੋਹ ਕਰਦੀ ਹੈ, ਆ ਕੇ ਬੇਅਦਬੀ ਕਰਦੀ ਹੈ ਇਸ ਸਥਾਨ ਦੀ। ਹੁਣ ਇੱਥੇ ਰਹਿਣਾ ਠੀਕ ਨਹੀਂ। ਸਤਿਗੁਰੂ ਜੀ ਕਹਿੰਦੇ ਇਧਰ ਮਾਲਵੇ ਇਲਾਕੇ ਵਿੱਚ ਜਾ ਕੇ ਜੋ ਅਗਲੀ ਵਿਚਾਰ ਜੰਗਾਂ ਯੁੱਧਾਂ ਦੀ ਕਰਾਂਗੇ। ਇਹ ਵਿਚਾਰ ਕੇ ਕਹਿੰਦੇ ਚਿੱਠੀ ਪੱਤਰਕਾ ਸਾਈਂ ਦਾਸ ਦੀ ਪੜ੍ਹ ਕੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਵਿਚਾਰ ਕੀਤੀ। ਉਸ ਵੇਲੇ ਕਾਫੀ ਵਿਚਾਰਾਂ ਕਰਦੇ ਕਰਦੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਰਾਤ ਦੇ ਵਿਖੇ ਆਪਣੇ ਨਿਵਾਸ ਸਥਾਨ ਤੇ ਗਏ ਨੇ। ਤੇ ਜਾ ਕੇ ਜਦੋਂ ਨਿਵਾਸ ਸਥਾਨ ਤੇ ਗਏ, ਸਤਿਕਾਰਯੋਗ ਦਮੋਦਰੀ ਜੀ ਦੇ ਨਾਲ ਵਿਚਾਰ ਕਰਨ ਲੱਗੇ ਨੇ। ਕਹਿਣ ਲੱਗੇ ਜੀ ਤੁਹਾਡੇ ਜਿਹੜੇ ਭਣਵਈਆ ਸਾਈਂ ਦਾਸ ਜੀ ਤੇ ਤੁਹਾਡੀ ਭੈਣ ਬੀਬੀ ਰਾਮੂ ਜੀ, ਉਹਨਾਂ ਨੇ ਬਹੁਤ ਹੀ ਨਿਮਰ ਹੋ ਕੇ ਇੱਕ ਚਿੱਠੀ ਕਾ ਪੱਤਰਕਾ ਲਿਖ ਕੇ ਸਾਨੂੰ ਬੇਨਤੀ ਕੀਤੀ ਹੈ ਕਿ ਆਪ ਜੀ ਇੱਧਰ ਮਲਵੇ ਇਲਾਕੇ ਦੇ ਵਿੱਚ ਪਹੁੰਚ ਕੇ ਬਖਸ਼ਿਸ਼ ਰਹਿਮਤ ਕਰੋ। ਵਿਸਾਖ ਦੇ ਮਹੀਨੇ ਦੇ ਸੰਬੰਧ ਵਿੱਚ ਵਿਸਾਖੀ ਦਾ ਜਿਹੜਾ ਮੇਲਾ ਇੱਥੇ ਆਪ ਜੀ ਇਕੱਤਰ ਕਰੋ, ਸੰਗਤਾਂ ਨੂੰ ਦਰਸ਼ਨ ਦਿਓ, ਮਨ ਦੀਆਂ ਭਾਵਨਾਵਾਂ ਸੰਪੰਨ ਕਰੋ। ਹੁਣ ਕਹਿੰਦੇ ਆਪ ਜੀ ਦੱਸੋ ਕਿ ਆਪਾਂ ਭਾਈ ਕੀ ਡਰੋਲੀ ਸਾਈਂ ਦਾਸ ਦੀ ਕੋਲ ਚੱਲੀਏ ਜਾਂ ਨਹੀਂ? ਜੇ ਜਾਣਾ ਤੁਸੀਂ ਨਾਲ ਜਾਵੋਗੇ ਜਾਂ ਨਹੀਂ ਜਾਵੋਗੇ, ਕਿਵੇਂ ਵਿਚਾਰ ਹੈ? ਜਦੋਂ ਸਲਾਹ ਮਸ਼ਵਰਾ ਕੀਤਾ, ਸਤਿਕਾਰਯੋਗ ਸੁਲਝੇ ਹੋਏ ਬਹੁਤ ਹੀ ਬੁੱਧੀਵਾਨ ਦਮੋਦਰੀ ਜੀ ਨੇ ਵਿਚਾਰ ਕੀਤੀ। ਕਹਿਣ ਲੱਗੇ ਸਤਿਗੁਰੂ ਜੀ, ਜਿੱਥੇ ਆਪ ਜੀ ਬਖਸ਼ਿਸ਼ ਰਹਿਮਤ ਕਰੋਗੇ ਉੱਥੇ ਚੱਲਾਂਗੇ। ਚਲੋ ਸਾਰੇ ਪਰਿਵਾਰ ਸਮੇਤ ਉੱਥੇ ਚੱਲਨੇ ਆ। ਜੋ ਵਿਚਾਰ ਹੋਵੇਗੀ ਸਤਿਗੁਰੂ ਪਰਮਾਤਮਾ ਦਾ ਹੁਕਮ ਹੋਵੇਗਾ, ਉਹਦੇ ਮੁਤਾਬਕ ਵਰਤਾਂਗੇ। ਇਦਾਂ ਕਰਕੇ ਦਮੋਦਰੀ ਜੀ ਦੇ ਨਾਲ ਕਹਿੰਦੇ ਸਲਾਹ ਮਸ਼ਵਰਾ ਕੀਤਾ ਛੇਵੇਂ ਪਾਤਸ਼ਾਹ ਜੀ ਨੇ। ਉਸ ਵੇਲੇ ਕਹਿੰਦੇ ਸਾਰਾ ਪਰਿਵਾਰ, ਬੱਚੇ, ਜੋ ਸੂਰਜ ਮੱਲ ਜੀ ਦੇ ਪਤਨੀ ਜੀ ਹੈ ਉਹ ਵੀ ਨਾਲ ਚੱਲਣਗੇ।
तेग बहादुर जी, अणी राय जी, सारा परिवार कहंदे उत्थे चलांगे। अगली जो विचार होवेगी परमात्मा दा हुक्म ਉਹਦੇ ਮੁਤਾਬਕ ਵਰਤਾਂਗੇ। ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਨੇ ਜਦੋਂ ਇਦਾਂ ਵਿਚਾਰ ਕੀਤੀ, ਰਾਤ ਵਿਖੇ ਸੌ ਕੇ ਬਤੀਤ ਕੀਤੀ ਹੈ। ਅੰਮ੍ਰਿਤ ਵੇਲਾ ਹੋਇਆ, ਕਿਰਿਆ ਸੋਧੀ। ਸਤਿਗੁਰੂ ਜੀ ਨੇ ਦੀਵਾਨ ਸਜਾਇਆ। ਸਜੇ ਦੀਵਾਨ ਦੇ ਵਿੱਚ ਸਤਿਗੁਰੂ ਜੀ ਨੇ ਸੰਗਤਾਂ ਨੂੰ ਉਪਦੇਸ਼ ਕਰ ਦਿੱਤਾ ਕਿ ਸਿੱਖੋ ਸੰਗਤੋ, ਅਸੀਂ ਅੰਮ੍ਰਿਤਸਰ ਦੀ ਧਰਤੀ ਤੋਂ ਇੱਧਰ ਮਾਲਵੇ ਇਲਾਕੇ ਵੱਲ ਜਾਣਾ ਚਾਹੁੰਦੇ ਹਾਂ। ਉਧਰ ਭਾਈ ਕੀ ਡਰੋਲੀ ਨਗਰ ਵਿਖੇ ਵਿਸਥਾਰ ਕਰਨਾ ਚਾਹੁੰਦੇ ਅੱਗੇ ਸਿੱਖੀ ਦਾ। ਆਪ ਕਿਰਪਾ ਕਰੋ, ਕਹਿੰਦੇ ਆਪ ਹੁਣ ਇਦਾਂ ਦੀ ਵਿਚਾਰ ਕਰੋ ਕਿ ਜਿੰਨਾ ਵੀ ਸਾਜੋ ਸਮਾਨ ਹੈ ਘੋੜਿਆਂ ਦੇ ਉੱਤੇ, ਰੱਥਾਂ ਊਠਾਂ ਦੇ ਉੱਤੇ ਲੱਦ ਕੇ ਕਹਿੰਦੇ ਇਧਰ ਭਾਈ ਕੀ ਡਰੋਲੀ ਵਿਖੇ ਚੱਲਣ ਦੀ ਵਿਚਾਰ ਬਣਾਓ। ਉਸ ਵੇਲੇ 3000 ਸਤਿਗੁਰ ਦੇ ਸਿੱਖ ਆ ਜਿਹੜੇ ਨਾਲ ਘੋੜਸਵਾਰ ਹੋ ਕੇ ਚੱਲੇ ਨੇ, ਸਤਿਗੁਰ ਦੇ ਹੁਕਮ ਨੂੰ ਵਿਚਾਰ ਕਰਨ ਲੱਗੇ ਨੇ। ਤੇ ਥੋੜੇ ਦਿਨਾਂ ਦੇ ਵਿੱਚ ਤਿਆਰੀ ਕੀਤੀ ਗਈ। ਜੋ ਵੀ ਸਾਜੋ ਸਮਾਨ ਸੀ ਉਹ ਊਠਾਂ ਦੇ ਉੱਤੇ, ਰੱਥਾਂ ਦੇ ਉੱਤੇ, ਘੋੜਿਆਂ ਦੇ ਉੱਤੇ ਸ਼ਾਸਤਰ ਵਸਤਰ ਧਾਰਨ ਕਰ ਲਏ। ਇਉਂ ਪ੍ਰਤੀਤ ਹੁੰਦਾ ਕਿ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜੀ ਹੁਣ ਵਾਪਸ ਅੰਮ੍ਰਿਤਸਰ ਦੀ ਧਰਤੀ ਤੇ ਨਹੀਂ ਆਉਣਗੇ। ਉਹ ਸਾਰਾ ਸਾਜੋ ਸਮਾਨ ਤਿਆਰ ਕਰ ਲਿਆ ਗਿਆ ਤੇ ਇੱਕ ਸੁੰਦਰ ਪਾਲਕੀ ਮੰਗਵਾਈ ਗਈ ਹੈ। ਉਹ ਸੁੰਦਰ ਪਾਲਕੀ ਦੇ ਉੱਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਿਰਾਜਮਾਨ ਕੀਤੇ ਗਏ ਆ। ਉਹਨਾਂ ਨੂੰ ਵੀ ਨਾਲ ਹੀ ਲੈ ਕੇ ਚੱਲੇ। ਬਹੁਤ ਹੀ ਹੀਰੇ ਜੜਤ ਸੁੰਦਰ ਸੋਨੇ ਦੀ ਪਾਲਕੀ ਮੰਗਵਾਈ ਗਈ। ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੁਸ਼ੋਭਿਤ ਕੀਤੇ ਗਏ ਨੇ। ਹੁਣ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤੀ। ਸਤਿਗੁਰੂ ਜੀ ਉਸ ਵੇਲੇ ਅਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਕਰਨ ਗਏ ਨੇ। ਬੇਨਤੀ ਕਰਨ ਗਏ ਕਿ ਪ੍ਰਮਾਤਮਾ ਸਤਿਗੁਰੂ ਜੀ ਪੰਜਾਂ ਗੁਰੂ ਸਾਹਿਬਾਂ ਤੱਕ ਅਰਦਾਸ ਕੀਤੀ ਹੈ ਕਿ ਆਪ ਜੀ ਕਿਰਪਾ ਕਰੋ, ਅਸੀਂ ਹੁਣ ਇੱਧਰ ਮਾਲਵੇ ਇਲਾਕੇ ਵੱਲ ਜਾ ਰਹੇ ਹਾਂ। ਜਿਹੜੀਆਂ ਬਾਕੀ ਦੀਆਂ ਜੰਗ ਯੁੱਧਾਂ ਨੇ ਅਸੀਂ ਉੱਥੇ ਕਰਾਂਗੇ, ਵੱਡੇ ਪੱਧਰ ਦੇ ਪਾਪੀਆਂ ਦਾ ਨਾਸ਼ ਕਰਾਂਗੇ। ਆਪ ਜੀ ਕਿਰਪਾ ਕਰੋ, ਸਾਨੂੰ ਇਹ ਵਿਚਾਰ ਕੋਈ ਪਤਾ ਨਹੀਂ ਹੁਣ ਵਾਪਸ ਅਸੀਂ ਮੁੜ ਕੇ ਆਵਾਂਗੇ ਜਾਂ ਨਾ ਆਵਾਂਗੇ, ਸਾਡੇ ਤੇ ਕੋਈ ਵਿਚਾਰ ਨਹੀਂ। ਕੀ ਪਤਾ ਵੱਡੇ ਪਾਪੀਆਂ ਦੇ ਦਲ ਦੇ ਨਾਲ ਸਾਡਾ ਜੋ ਅੰਤਮ ਸਮਾਂ ਆ ਜਾਵੇ, ਕੋਈ ਪਤਾ ਨਹੀਂ। ਤੇ ਉਸ ਵੇਲੇ ਅਕਾਲ ਤਖਤ ਸਾਹਿਬ ਤੋਂ ਆਵਾਜ਼ ਆਈ, ਆਕਾਸ਼ਬਾਣੀ ਹੋਈ ਹੈ ਕਿ ਤੁਹਾਡੇ ਤੇ ਗੁਰੂ ਨਾਨਕ ਦੀ ਕਿਰਪਾ ਰਹਿਮਤ ਵਰਤੇਗੀ। ਜਿੰਨੀਆਂ ਵੀ ਜੰਗਾਂ ਜੁੱਦਾਂ ਹੋਣਗੀਆਂ ਤੁਹਾਡੀ ਜਿੱਤ ਪ੍ਰਾਪਤ ਹੋਵੇਗੀ। ਇਹ ਆਵਾਜ਼ ਆਈ ਤੇ ਸਤਿਗੁਰੂ ਜੀ ਨੇ ਸੁਣ ਕੇ ਬੜਾ ਹਿਰਦੇ ਵਿੱਚ ਪ੍ਰਸੰਨਤਾ ਪ੍ਰਾਪਤ ਕੀਤੀ, ਖੁਸ਼ੀ ਪ੍ਰਾਪਤ ਕੀਤੀ ਹੈ। ਬਾਅਦ ਵਿੱਚ ਦਰਬਾਰ ਸਾਹਿਬ ਵਿਖੇ ਅਰਦਾਸ ਬੇਨਤੀ ਕਰਕੇ, ਪਰਿਕਰਮਾ ਕਰਕੇ ਅੱਗੇ ਸਤਿਗੁਰੂ ਜੀ ਬਖਸ਼ਿਸ਼ ਰਹਿਮਤ ਵਰਤਾਉਣ ਲੱਗੇ, ਚੱਲਣ ਦੀ ਵਿਚਾਰ ਕਰਨ ਲੱਗੇ। ਹੁਣ ਸਤਿਗੁਰ ਦੇ ਤਿੰਨੋਂ ਮਹਿਲ ਔਰ ਸਤਿਗੁਰ ਦੇ ਪੁੱਤਰ ਸੂਰਜਮਲ ਜੀ, ਉਹਨਾਂ ਦੀ ਪਤਨੀ ਬਿਸ਼ਨ ਕੌਰ ਜੀ, ਸਤਿਕਾਰਯੋਗ ਕਹਿੰਦੇ ਅਣੀ ਰਾਏ ਜੀ, ਤੇਗ ਬਹਾਦਰ ਜੀ, ਇਹ ਸਾਰੇ ਜਣੇ ਕਹਿੰਦੇ ਤਿਆਰ ਹੋਏ ਨੇ ਰੱਥਾਂ ਦੇ ਉੱਤੇ। ਜਦੋਂ ਸਤਿਗੁਰੂ ਜੀ ਅਚਨਚੇਤ ਇਦਾਂ ਤਿਆਰੀ ਕਰਨ ਲੱਗੇ ਤੇ ਕਹਿੰਦੇ ਨਗਰ ਤੋਂ ਬਾਹਰ ਗਏ ਨੇ, ਅੰਮ੍ਰਿਤਸਰ ਦੇ ਨਗਰ ਦੀ ਜੂਹ ਤੱਕ ਪਹੁੰਚੇ। ਤੇ ਜਿਹੜੇ ਅੰਮ੍ਰਿਤਸਰ ਦੇ ਲੋਕ ਸਨ ਉਹ ਆ ਕੇ ਸਤਿਗੁਰ ਦੇ ਸਾਹਮਣੇ ਖਲੋ ਗਏ, ਸਤਿਗੁਰ ਦੇ ਰਾਸਤੇ ਨੂੰ ਰੋਕ ਕੇ ਖਲੋ ਗਏ, ਬੇਨਤੀ ਕਰਨ ਲੱਗੇ, ਕਹਿਣ ਲੱਗੇ ਸਤਿਗੁਰੂ ਜੀ ਆਪ ਜੀ ਇਸ ਨਗਰ ਨੂੰ ਛੱਡ ਕੇ ਚੱਲੇ ਹੋ, ਇਉਂ ਛੱਡ ਕੇ ਚੱਲੇ ਹੋ ਪ੍ਰਤੀਤ ਹੁੰਦਾ ਕਿ ਵਾਪਸ ਦੁਆਰਾ ਤੁਸੀਂ ਮੁੜ ਕੇ ਨਹੀਂ ਆਉਣਾ। ਆਪ ਜੀ ਕਿਰਪਾ ਕਰੋ, ਇਸ ਨਗਰ ਦੇ ਉੱਤੇ ਬਹੁਤ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ। ਪਹਿਲਾਂ ਤੁਸੀਂ ਜਾਂਦੇ ਸੀ ਕਿਤੇ ਵੀ ਜਾ ਕੇ ਵਾਪਸ ਆ ਜਾਂਦੇ ਸੀ, ਆਸ ਸੀਗੀ। ਪਰ ਜਿਵੇਂ ਹੁਣ ਤੁਹਾਡੀ ਤਿਆਰੀ ਹੈ, ਜਿਵੇਂ ਵਿਚਾਰ ਹੈ, ਜਿਵੇਂ ਸਾਜੋ ਸਮਾਨ ਇਕੱਤਰ ਕੀਤਾ, ਇਹ ਤੋਂ ਪ੍ਰਤੀਤ ਹੁੰਦਾ ਕਿ ਤੁਸੀਂ ਵਾਪਸ ਨਹੀਂ ਆਉਣਾ।
ਆਪ ਜੀ ਕਿਰਪਾ ਕਰੋ, ਸਾਨੂੰ ਕਿਸ ਦੇ ਸਹਾਰੇ ਛੱਡ ਕੇ ਚੱਲੇ ਹੋ। ਆਪ ਜੀ ਦੇ ਸਨਮੁਖ ਦੁੱਖ ਸੁੱਖ ਦੀ ਵਿਚਾਰ ਕਰਨੇ ਸਾਂ ਤੇ ਮਨ ਦੇ ਵਿੱਚ ਬਖਸ਼ਿਸ਼ ਰਹਿਮਤ ਪ੍ਰਾਪਤ ਕਰਦੇ ਸਾਂ, ਪਰ ਹੁਣ ਕਿਹਦੇ ਕੋਲ ਦੁੱਖ ਫਰੋਲਿਆ ਕਰਾਂਗੇ, ਕਿਹਦੇ ਅੱਗੇ ਜਾ ਕੇ ਬੇਨਤੀਆਂ ਕਰਿਆ ਕਰਾਂਗੇ। ਆਪ ਜੀ ਕਿਰਪਾ ਕਰੋ, ਇਦਾਂ ਨਾ ਕਰੋ। ਜੇ ਤੁਸੀਂ ਇਦਾਂ ਕਰਦੇ ਆ ਤੇ ਸਾਨੂੰ ਵੀ ਨਾਲ ਲੈ ਕੇ ਚੱਲੋ। ਅਸੀਂ ਵੀ ਸਾਜੋ ਸਮਾਨ ਇਸੇ ਤਰ੍ਹਾਂ ਤਿਆਰ ਕਰਨੇ, ਜੋ ਵੀ ਆਪਣਾ ਪਰਿਵਾਰ ਬੱਚੇ ਸਭ ਨੂੰ ਨਾਲ ਲੈ ਕੇ ਚੱਲਦੇ ਆ। ਜਿੱਥੇ ਜਾਓਗੇ ਉੱਥੇ ਹੀ ਅਸੀਂ ਸਮਾਂ ਬਤੀਤ ਕਰਾਂਗੇ। ਇਦਾਂ ਸਤਿਗੁਰੂ ਜੀ ਨੂੰ ਬੇਨਤੀ ਕਰਨ ਲੱਗੇ ਆ। ਉਸ ਵੇਲੇ ਛੇਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਵਿਚਾਰ ਕੀਤੀ। ਕਹਿੰਦੇ ਨਗਰ ਚੌਥੇ ਪਾਤਸ਼ਾਹ ਦੇ ਹੁਕਮ ਦੇ ਅਨੁਸਾਰ ਪੰਜਮ ਪਾਤਸ਼ਾਹ ਨੇ ਵਸਾਉਣਾ ਕੀਤਾ ਤੇ ਸਾਨੂੰ ਸੇਵਾ ਸੌਂਪੀ ਅੱਗੇ ਵਿਸਥਾਰ ਕਰਨ ਦੀ। ਹੁਣ ਕਹਿੰਦੇ ਜੇਕਰ ਇਹ ਨਗਰ ਦੇ ਲੋਕ ਸਾਡੇ ਨਾਲ ਹੀ ਚਲੇ ਗਏ ਤੇ ਇੱਥੇ ਰਹੇਗਾ ਕੌਣ, ਵਸੇਗਾ ਕੌਣ, ਇਸ ਨਗਰ ਦੀ ਦੇਖ ਰੇਖ ਕੌਣ ਕਰੇਗਾ। ਉਸ ਵੇਲੇ ਸਤਿਗੁਰੂ ਜੀ ਨੇ ਵਿਚਾਰ ਕੀਤੀ। ਹੁਣ ਦੋਨੇ ਪਾਸੇ ਦੀਆਂ ਵਿਚਾਰਾਂ ਰੱਖਣ ਲੱਗੇ। ਕਹਿੰਦੇ ਜੇਕਰ ਜਾਣੇ ਆ ਤਾਂ ਵੀ ਗੱਲ ਔਖੀ ਹੈ, ਜੇ ਰਹਿੰਦੇ ਆ ਤਾਂ ਵੀ ਔਖਾ। ਉਸ ਵੇਲੇ ਵਿਚਾਰ ਕੀਤੀ। ਕਹਿੰਦੇ ਇਸ ਨਗਰ ਦੇ ਵਿੱਚ ਰਹੋ, ਸਮਾਂ ਪਾ ਕੇ ਤੁਹਾਡੇ ਤੇ ਬਖਸ਼ਿਸ਼ਾਂ ਰਹਿਮਤਾਂ ਵਰਤਣਗੀਆਂ। ਸਤਿਗੁਰੂ ਪਰਮਾਤਮਾ ਇੱਥੇ ਹਾਜ਼ਰ ਨਾਜ਼ਰ ਹਨ। ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਮਨ ਹੀ ਮਨ ਸੁਰਤੀ ਵਰਤੀ ਲਾ ਕੇ ਦੇਖੋਗੇ, ਦਰਸ਼ਨ ਕਰੋਗੇ ਤੇ ਸਤਿਗੁਰੂ ਜੀ ਕਿਤੇ ਨਹੀਂ ਗਏ, ਇੱਥੇ ਹੀ ਬਿਰਾਜਮਾਨ ਹੈ। ਅਕਾਲ ਪੁਰਖ ਪਰਮਾਤਮਾ ਆਪ ਇੱਥੇ ਬਖਸ਼ਿਸ਼ਾਂ ਰਹਿਮਤਾਂ ਕਰਨਗੇ। ਤੁਹਾਡੇ ਦੁੱਖ ਸੁੱਖ ਦੀ ਵਿਚਾਰ ਸਮਝਣਗੇ, ਤੁਹਾਡੇ ਦੁੱਖ ਸੁੱਖ ਨੂੰ ਨਿਵਰਤ ਕਰਨਗੇ। ਸਤਿਗੁਰੂ ਜੀ ਕਿਰਪਾ ਕਰਨਗੇ ਨਾ। ਉਸ ਵੇਲੇ ਧੀਰਜ ਦਿੱਤਾ ਤੇ ਕਹਿੰਦੇ ਬਾਬਾ ਬਿਧੀ ਚੰਦ ਦੇ ਨਾਲ ਵਿਚਾਰ ਕੀਤੀ। ਕਹਿੰਦੇ ਇੱਕ ਬਹੁਤ ਹੀ ਸੁਲਝੇ ਹੋਏ ਗੁਰਸਿੱਖ ਸੇਵਕਾਂ ਦੀ ਲੋੜ ਹੈ, ਜਿਹੜੇ ਇੱਥੇ ਰਹਿ ਕੇ ਗੁਰੂ ਘਰ ਦੀ ਵਿਚਾਰ ਸੰਭਾਲਣ ਕਰਨ, ਜੋ ਵੀ ਗੁਰੂ ਘਰ ਦਾ ਦੇਖ ਰੇਖ ਰੱਖਣ, ਜੋ ਵੀ ਗੁਰੂ ਘਰ ਦਾ ਖਰਚ ਆਮਦਨੀ ਦਾ ਹਿਸਾਬ ਕਿਤਾਬ ਰੱਖਣ, ਸੇਵਾ ਭਾਵਨਾ ਦੇ ਨਾਲ ਕਰਨ, ਆਈ ਸੰਗਤ ਨੂੰ ਸਤਿਕਾਰ ਦੇਣ, ਉਵੇਂ ਰੌਣਕਾਂ ਵੱਜਣ। ਕਹਿੰਦੇ ਕੋਈ ਇਦਾਂ ਦੇ ਗੁਰਸਿੱਖ ਦੇਖੋ ਬਈ। ਤੇ ਉੱਥੇ ਕਾਫੀ ਸਿੱਖਾਂ ਨੂੰ ਉਪਦੇਸ਼ ਦੇ ਕੇ ਸਤਿਗੁਰੂ ਜੀ ਨੇ ਉਹ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਜਿਹੜੀ ਸੇਵਾ ਸੀ ਸੰਭਾਲ ਦਿੱਤੀ ਤੇ ਆਪ ਧੀਰਜ ਦੇ ਕੇ ਸਤਿਗੁਰੂ ਜੀ ਅੱਗੇ ਚੱਲਣ ਦੀ ਵਿਚਾਰ ਰੱਖਣ ਲੱਗੇ। ਪਰ ਫੇਰ ਵੀ ਸੰਗਤ ਦਾ ਮਨ ਠਹਿਰਦਾ ਨਹੀਂ। ਉਹ ਮਨ ਵਿੱਚ ਅਥਰੂ ਵਹਾ ਰਹੇ ਨੇ, ਮਨ ਵਿੱਚ ਸਤਿਗੁਰ ਦੇ ਵਿਛੜਨ ਦਾ ਦੁੱਖ ਭਾਵ ਮਹਿਸੂਸ ਕਰ ਰਹੇ ਨੇ ਕਿ ਸਤਿਗੁਰੂ ਜੀ ਤੋਂ ਵਿਛੋੜਾ ਪੈ ਰਿਹਾ, ਵਿਛੜ ਰਹੇ ਆ। ਉਸ ਵੇਲੇ ਗੁਰੂ ਪਿਆਰਿਓ ਇਦਾਂ ਦੀ ਵਿਚਾਰ ਬਣੀ ਤੇ ਅੱਗੇ ਅੱਗੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਲਕੀ ਵਿੱਚ ਸ਼ਸ਼ੋਭਤ ਹੈ, ਜਿਸ ਵਿੱਚ ਦੋ ਸਿੱਖ ਕਹਿੰਦੇ ਚੌਰ ਸਾਹਿਬ ਝੁਲਾ ਰਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ। ਪਿੱਛੇ ਸਤਿਗੁਰੂ ਜੀ ਆਪ ਹੈ, ਨਾਲ ਸਤਿਗੁਰ ਦਾ ਸਾਰਾ ਪਰਿਵਾਰ ਹੈ। 3000 ਘੋੜ ਸਵਾਰ ਸਿੱਖ ਸੂਰਮੇ ਸਤਿਗੁਰੂ ਜੀ ਦੇ ਨਾਲ, ਜਿਹੜੇ ਸ਼ਾਸਤਰ ਵਸਤਰ ਦੇ ਨਾਲ ਪੂਰਨ ਤੌਰ ਤੇ ਲੈਸ ਆ। ਉਸ ਵੇਲੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤੀ, ਧੀਰਜ ਦੇ ਕੇ ਸਤਿਗੁਰੂ ਜੀ ਸਿੱਖਾਂ ਨੂੰ ਅੱਗੇ ਤੁਰੇ ਨੇ, ਬਖਸ਼ਿਸ਼ ਰਹਿਮਤ ਕਰ ਲੱਗੇ। ਰਸਤੇ ਵਿੱਚ ਤੁਰੇ ਜਾ ਰਹੇ ਨੇ, ਅੰਮ੍ਰਿਤਸਰ ਦੀ ਜੂਹ ਤੋਂ ਬਾਹਰ ਨਿਕਲੇ ਆ। ਸਿੱਖਾਂ ਨੂੰ ਸੰਗਤਾਂ ਨੂੰ ਧੀਰਜ ਦੇ ਕੇ ਜਾ ਰਹੇ ਆ, ਪਰ ਮਨ ਫੇਰ ਵੀ ਨਹੀਂ ਠਹਿਰਦਾ। ਕਿੱਥੇ ਸਤਿਗੁਰੂ ਜੀ ਦੇ ਪ੍ਰਤੱਖ ਰੂਪ ਤੇ ਦਰਸ਼ਨ ਕਰਨੇ ਸਨ, ਅੱਜ ਉਹ ਦਰਸ਼ਨ ਨਹੀਂ ਹੋਣੇ। ਸਤਿਗੁਰ ਦੀ ਕਿਰਪਾ ਰਹਿਮਤ ਨਹੀਂ ਵਰਤਣੀ। ਉਸ ਵੇਲੇ ਤਾਂ ਧੀਰਜ ਦੇ ਕੇ ਸਤਿਗੁਰੂ ਜੀ ਅੱਗੇ ਚੱਲਣ ਦੀ ਵਿਚਾਰ ਰੱਖਣ ਲੱਗੇ ਨੇ। ਤਾਂ ਤੇ ਆਓ ਪਿਆਰੀ ਸੰਗਤ ਜੀ, ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਅਗਲੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਇੱਧਰ ਮਾਲਵੇ ਇਲਾਕੇ ਵਿਖੇ ਪਹੁੰਚਦੇ ਆ। ਉੱਥੇ ਆ ਕੇ ਕੀ ਬਖਸ਼ਿਸ਼ਾਂ ਰਹਿਮਤਾਂ ਵਰਤਾਉਂਦੇ ਆ, ਕਿਵੇਂ ਕਰਕੇ ਭਾਈ ਕੀ ਡਰੋਲੀ ਸਾਈਂ ਦਾਸ ਜੀ ਬੀਬੀ ਰਾਮੋ ਜੀ ਦੇ ਗ੍ਰਹਿ ਵਿਖੇ ਪਧਾਰ ਕੇ ਵਿਸਾਖੀ ਦੇ ਮੇਲੇ ਦੇ ਸੰਬੰਧ ਵਿੱਚ ਕੀ ਰਹਿਮਤਾਂ ਵਰਤਾਉਂਦੇ, ਕਿਵੇਂ ਸਿੱਖੀ ਦਾ ਵਿਸਥਾਰ ਕਰਦੇ ਆ,
ਉਹ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਆਪ ਸੰਗਤ ਵੱਧ ਤੋਂ ਵੱਧ ਗੁਰੂ ਚਰਨਾਂ ਵਿੱਚ ਪਹੁੰਚਿਆ ਕਰੋ ਪਿਆਰਿਓ। ਸਾਡੇ ਬੜੇ ਉੱਤਮ ਭਾਗ ਨੇ ਜੋ ਕਿ ਸਤਿਗੁਰੂ ਜੀ ਨੇ ਲੜੀ ਵਾਰੀ ਬਖਸ਼ਿਸ਼ ਰਹਿਮਤ ਕੀਤੀ ਹੈ। ਸਤਿਗੁਰ ਦੇ ਆਨੰਦਮਈ ਕਥਾ ਵਿਚਾਰ ਰੋਜ਼ਾਨਾ ਸਰਵਣ ਕਰਨੇ ਕੰਟੀਨਿਊ ਸਤਿਗੁਰੂ ਜੀ ਦੀ ਕਿਰਪਾ ਵਰਤਦੀ ਏ, ਉੱਤਮ ਭਾਗ ਨੇ। ਇਸ ਕਰਕੇ ਵੱਧ ਤੋਂ ਵੱਧ ਸੰਗਤਾਂ ਗੁਰੂ ਚਰਨਾਂ ਵਿੱਚ ਪਹੁੰਚਣ ਦਾ ਯਤਨ ਕਰਿਆ ਕਰੋ। ਆਓ ਸਤਿਗੁਰੂ ਜੀ ਦੇ ਸਨਮੁਖ ਸਮਾਪਤੀ ਕਰਨ ਦਾ ਯਤਨ ਕਰੀਏ। ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਕਿਵੇਂ ਕਿਵੇਂ ਕਰਕੇ ਸਤਿਗੁਰੂ ਜੀ ਬਖਸ਼ਿਸ਼ ਰਹਿਮਤ ਵਰਤਾਉਣ ਲੱਗੇ ਆ, ਕੀ ਕੀ ਉਪਦੇਸ਼ ਦਿੰਦੇ ਆ, ਉਹ ਅਗਲੀ ਵਿਚਾਰ ਕੱਲ ਨੂੰ ਸਰਵਣ ਕਰਾਂਗੇ। ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ। ਆਓ ਗੁਰੂ ਚਰਨਾਂ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਕਿਰਪਾ ਕਰਦੇ ਨੇ।